ਡੰਡੋਤ ਬੰਦਨ ਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਪ੍ਰਹਤ, ਗਿਆਨ ਧਿਆਨ ਕਿਛ ਕਰਮ ਨ ਜਾਣ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸੰਤ ਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸੋ ਡਲ ਗੁਰ ਸੇਵੀਐ, ਹੈਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋਵੈ ਸਿਵਤ ਖਾਸਮ ਦੀ, ਨੋਰ ਅਰਸੋਂ ਕੁਰਸੋਂ ਚਟਿਆ। ਤੁਧ ਡਿਠੇ ਸੱਜੇ ਪਾਤਸ਼ਾਹ, ਮਲ ਜਨਮ ਜਨਮ ਦੀ ਖਟੀ। ਸਜਣ ਸਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੀ ਮਹਿਲਾ ਪੰਜਵਾਂ, ਜਾਂ ਕੈ ਦਰਸ ਪਾਪ ਕੋਟ ਉਤਾਰੇ। ਭੇਟਤ ਸੰਗ ਇਹ ਭਵ ਜਲ ਤਾਰੇ। ਜਾਂ ਕੈ ਦਰਸ ਪਾਪ ਕੋਟ ਉਤਾਰੇ। ਭੇਟਤ ਸੰਗ ਇਹ ਭਵ ਜਲ ਤਾਰੇ। ਹੋਏ ਸਾਜਨ ਹੋਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ। ਰਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ। ਜਾਂ ਕੀ ਟਹਿਲ ਜਮ ਦੂਤ ਬੇਦਾਰੇ। ਜਾਂ ਕੀ ਧੀਰਗ ਇਸ ਮਨੇ ਸਦਾਰੇ। ਜਾਂ ਕੈ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਸ਼ਰਨ ਨਾਨਕ ਤਿਨ ਸਦ ਬਲਹਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ। ਸ਼ਰਨ ਨਾਨਕ ਤਿਨ ਸਦ ਬਲਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹੀ ਮਹਿਲਾ ਪੰਜਵਾਂ, ਜਾ ਕੈ ਦਰਸ ਪਾਪ ਕੋਟ ਉਤਾਰੇ। ਭੇਟਤ ਸੰਗ ਇਹ ਭਵ ਜਲ ਤਾਰੇ। ਗੁਰੂ ਸਾਧੀ ਸਾਧ ਸੰਗਤ ਜੀ, ਅੱਜ ਦਾ ਦਰਬਾਰ ਰੂਪ 739 ਅੰਗ ਤੇ ਸੂਹੀ ਰਾਗ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾਲੂ ਸਤਿਗੁਰੂ ਜੀ ਦਾ ਆਇਆ ਹੈ। ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀਆਂ ਦੀ
ਪਵਿੱਤਰ ਪਾਵਨ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਅਤੇ ਸਵਾਸ ਸਫਲੇ ਬਣਾ ਰਹੇ ਹੋ। ਸਤਿਗੁਰੂ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਭਗਤ ਸ਼੍ਰੋਮਣੀ ਭਗਤ ਕਬੀਰ ਜੀਆਂ ਦੇ ਪਵਿੱਤਰ ਪਾਵਨ ਸਲੋਕਾਂ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਪੰਤਾਲੀ ਸਲੋਕ ਕੱਲ੍ਹ ਆਪ ਜੀਆਂ ਨੇ ਸਰਵਣ ਕੀਤੇ। 45 ਸਲੋਕਾਂ ਤੱਕ ਵਿਚਾਰ ਕਬੀਰ ਜੀ ਆਪਣੇ ਸਲੋਕਾਂ ਵਿੱਚ ਸਾਨੂੰ ਹਲੂਣਾ ਦੇ ਕੇ ਸਮਝਾਣਾ ਕਰਦੇ ਨੇ। ਕਬੀਰ ਮੈਂ ਜਾਣਿਓ ਪੜ੍ਹਬੋ ਭਲੋ ਪੜ੍ਹਦੇ ਸਿਉ ਭਲ ਜੋਗ ਭਗਤ ਨ ਛਾਡੋ ਰਮਨ ਕੀ ਭਾਵੇਂ ਹੁੰਦੋ ਲੋਗ। ਸੰਸਾਰ ਦੀ ਫਿਤਰਤ ਹੈ, ਚੰਗੇ ਪਾਸੇ ਜਿਹੜਾ ਤੁਰਦਾ ਹੈ ਇੱਕ ਵਾਰ ਉਹਨੂੰ ਖਿਲਾਫਤ ਸਹਿਣੀ ਪੈਂਦੀ ਹੈ। ਜਿਤਨੇ ਭਗਤ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ ਸਾਰਿਆਂ ਦੇ ਨਾਲ ਇਹ ਹੋ ਗੁਜ਼ਰੀ। ਚੰਗੇ ਵਾਲੇ ਪਾਸੇ ਜਦੋਂ ਵੀ ਕੋਈ ਸ਼ੁਰੂਆਤ ਹੁੰਦੀ ਹੈ ਸੰਗਤ ਜੀ, ਉਹ ਸ਼ੁਰੂਆਤ ਜ਼ਰੂਰ ਔਖੀ ਹੁੰਦੀ ਹੈ, ਪਰ ਸਤਿਗੁਰੂ ਕੀ ਕਹਿੰਦੇ ਨੇ, ਗੁਰੂ ਪੀਰਾਂ ਕੀ ਚਾਕਰੀ ਮਹਾਂ ਕਰਨੀ ਸੁਖ ਸਾਰ ਹੈ ਔਖੀ, ਪਰ ਸੁਖ ਸਾਰ ਗੁਰੂ ਦੀ ਸੇਵਾ, ਗੁਰੂ ਦੇ ਸ਼ਬਦ ਦਾ ਅਭਿਆਸ ਪੱਲਾ ਕਰੀਏ ਨਾ ਜਦੋਂ ਮਨ ਬੜੀਆਂ ਡਾਰੀਆਂ ਮਾਰਦਾ ਹੈ, ਕੋਈ ਰਸ ਨਹੀਂ ਹੈ, ਪਰ ਸਹਿਜੇ ਸਹਿਜੇ ਜਿਉਂ ਨਾਮ ਦੀ ਦਵਾਈ ਹਿਰਦੇ ਨੂੰ ਪਵਿੱਤਰ ਕਰਦੀ ਜਾਂਦੀ ਹੈ, ਇਸ ਜੀਵ ਦੇ ਮਨ 'ਚ ਟਿਕਾ ਆਉਣਾ ਪੈਂਦਾ ਹੈ। ਕਬੀਰ ਕਹਿੰਦੇ ਮੈਨੂੰ ਲੋਕ ਭਾਵੇਂ ਨਿੰਦੀ ਜਾਣ ਵੀ ਪੜ੍ਹਿਆ ਨਹੀਂ ਭਗਤ ਬਣ ਕੇ ਬੈਠ ਗਿਆ। ਕਬੀਰ ਲੋਕ ਕੇ ਨਿੰਦੇ ਬੱਪੜਾ ਜਿਹ ਮਨ ਨਾਹੀ ਗਿਆਨ, ਕਹਿੰਦੇ ਉਹਨਾਂ ਨੂੰ ਸਮਝ ਹੀ ਨਹੀਂ ਹੈ। ਦੁਨੀਆ ਵਿੱਚ ਅੱਜ ਕੱਲ੍ਹ ਪੜ੍ਹਾਈ ਜ਼ਰੂਰੀ ਹੈ, ਪਰ ਜੇ ਉਸ ਪੜ੍ਹਾਈ ਵਿਦਿਆ ਦਾ ਹੰਕਾਰ ਹੋ ਗਿਆ ਤਾਂ ਉਹ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ ਮਾਰੇ। ਕਹਿੰਦੇ ਨੇ ਉਹ ਪੜ੍ਹਿਆ ਲਿਖਿਆ ਹੰਕਾਰੀ ਹੈ ਨਾ ਜਿਹੜਾ, ਉਹ ਮੂਰਖ ਹੈ। ਪੜ੍ਹਾਈ ਜਿਹੜੀ ਕੰਮ ਕਿਵੇਂ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਵੀ ਮਹਾਰਾਜ ਨੇ ਦੱਸਿਆ ਸਾਨੂੰ। ਮਹਾਰਾਜ ਕਹਿੰਦੇ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਵਿਦਿਆ ਨੂੰ ਜਦ ਤੱਕ ਵਿਚਾਰਾਂਗੇ ਨਹੀਂ, ਪੜ੍ਹਨ ਦਾ ਫਾਇਦਾ ਕੀ ਹੈ, ਪੜ੍ਹਾਈ ਦਾ ਅਰਥ ਕੀ ਹੈ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਪੜ੍ਹ ਕੇ ਸਾਡੇ ਅੰਦਰ ਨਿਰਮਾਨਤਾ, ਸਾਡੇ ਅੰਦਰ ਸੂਝ-ਬੂਝ ਆਉਣੀ ਚਾਹੀਦੀ। ਬੱਚਿਆਂ ਨੂੰ ਸਕੂਲ ਭੇਜਦੇ ਆ ਵੀ ਇਹਨਾਂ ਨੂੰ ਸਮਝਦਾਰੀ ਆਵੇ, ਇਹਨਾਂ ਦੇ ਅੰਦਰ ਬੋਲ ਚਾਲ ਬਹਿਣ ਖਲੋਣ ਖਾਣ ਪਾਣ ਕਿਵੇਂ ਰਹਿਣਾ ਸਹਿਣਾ ਇਸ ਚੀਜ਼ਾਂ ਦੀ ਸਮਝ ਆ ਜਾਵੇ ਤੇ ਆਪਾਂ ਬੱਚਿਆਂ ਨੂੰ ਪੜ੍ਹਨ ਵਾਸਤੇ ਸਕੂਲ ਭੇਜਦੇ ਹਾਂ। ਕਬੀਰ ਕਹਿੰਦੇ ਲੋਕ ਕੇ ਨਿੰਦੇ ਬੱਪੜਾ ਜਿਹ ਮਨ ਨਾਹੀ ਗਿਆਨ, ਉਹਨਾਂ ਨੂੰ ਗਿਆਨ ਹੀ ਨਹੀਂ ਹੈ। ਦੁਨਿਆਵੀ ਪੜ੍ਹਾਈ ਦੁਨੀਆ 'ਚ ਜ਼ਰੂਰ ਕੰਮ ਆਉਂਦੀ ਹੈ, ਪਰਮਾਰਥ ਦੇ ਵਿੱਚ ਤੇ ਕੇਵਲ ਨਾਮ ਜਪਿਆ ਕੰਮ ਆਉਣਾ ਹੈ। ਉੱਥੇ ਇਹ ਨਹੀਂ ਪੁੱਛਿਆ ਜਾਣਾ ਤੂੰ BA ਕੀਤੀ ਕਿ MA ਕੀਤੀ ਹੈ। ਉੱਥੇ ਤੇ ਇਹ ਪੁੱਛਿਆ ਜਾਣਾ ਵੀ ਤੈਨੂੰ ਪਰਮੇਸ਼ਰ ਨੇ ਸਰੀਰ ਦਿੱਤਾ ਸੀ, ਭਈ ਪ੍ਰਾਪਤ ਮਾਨੁਖ ਦੇ ਹੋਈਆ ਗੋਬਿੰਦ ਮਿਲਣ ਕੇ ਦੇ ਤੇਰੀ ਬਰੀਆ, ਭਜੋ ਗੋਬਿੰਦ ਭੂਲ ਮਤ ਜਾਓ ਮਾਨੁਖ ਜਨਮ ਕਾਹੇ ਲਾਓ। ਤੈਨੂੰ ਰੱਬ ਨੂੰ ਯਾਦ ਕਰਨ ਵਾਸਤੇ ਸਰੀਰ ਮਿਲਿਆ, ਰੱਬ ਨਾਲ ਮਿਲਣ ਵਾਸਤੇ ਤੂੰ ਵਿਛੜਿਆ ਸੀ। ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਹਾਰੇ ਦੇਖੇ, ਤੂੰ ਇਹ ਕੰਮ ਕਰਨਾ ਸੀ। ਕਬੀਰ ਕਹਿੰਦੇ ਲੋਕੀ ਸੋਚਦੇ ਨੇ ਪੜ੍ਹਾਈ ਚੰਗੀ ਹੈ, ਵਿਦਿਆ ਪੜ੍ਹਨੀ ਚੰਗੀ ਗੱਲ ਹੈ, ਪਰ ਜੇ ਉਸ ਵਿਦਿਆ ਦਾ ਹੰਕਾਰ ਹੋ ਗਿਆ ਤੇ ਉਹ ਗਿਆਨ ਫਲੀਭੂਤ ਨਹੀਂ ਹੁੰਦਾ। ਸੰਗਤ ਤੁਸੀਂ ਹਾਜ਼ਰੀਆਂ ਭਰਦੇ ਹੋ ਨਾ ਰੋਜ਼, ਬੜੇ ਪਿਆਰ ਵਾਲੇ ਸਰੀਰ ਬੈਠੇ ਹੁੰਦੇ ਨੇ ਵਿੱਚ। ਜੇ ਸਾਨੂੰ ਕਥਾ ਕੀਰਤਨ ਰੋਜ਼ ਮਹਾਰਾਜ ਸੁਣਾਉਣ, ਸਾਡੇ ਮਨ 'ਚ ਹੰਕਾਰ ਆ ਜਾਵੇ ਸਾਡੀ ਤੇ ਰੋਜ਼ ਹਾਜ਼ਰੀ ਲੱਗਦੀ ਹੈ, ਸਾਡੇ ਵਰਗਾ ਤੇ ਸ਼ਰਧਾਲੂ ਕੋਈ ਨਹੀਂ ਹੈ, ਤੇ ਤੇਰੀ ਸ਼ਰਧਾ ਇੱਥੇ ਖਤਮ ਹੋ ਗਈ ਹੈ। ਹੰਕਾਰ ਜਿਹੜਾ ਹੈ ਇਹ ਸਾਰੇ ਕਰਮਾਂ 'ਤੇ ਪਾਣੀ ਫੇਰ ਦਿੰਦਾ ਹੈ, ਰੱਬ ਨੂੰ ਚੰਗਾ ਨਹੀਂ ਲੱਗਦਾ। ਇੱਥੇ ਤਿੰਨ ਮਾਣਿਆ ਤੂੰ ਮਾਣ, ਤੂੰ ਟਹਿ ਕੇ ਸ਼ੁਕਰਾਨਾ ਕਰ ਦਾਤਾ, ਤੂੰ ਰਹਿਮਤ ਕਰ ਦਿੱਤੀ ਕੁਰਬਾਨ ਜਾਈ। ਉਸ ਵੇਲਾ ਸੁਹਾਵੀ ਜਿਤ ਤੁਮਰੇ ਦਵਾਰਿਆ, ਤੂੰ ਕਿਰਪਾ ਕਰਤੀ ਮਹਾਰਾਜ। ਕਬੀਰ ਕਹਿੰਦੇ ਨੇ
राम कबीरा रब रे अवल तजे सब काम। कहते मैं दुनियावी पढ़ाई च नहीं पिया, मैं परमेश्वर का नाम जपिया। दुनियावी धंधे सी जिहड़े गुजरान तक सीमित रखे, उन्हें कि जिन्ना प्रशादा पानी चल सके। अवर तजे सब काम, अवर काम किहड़े ने, एवें फोकट पूजा नहीं। इत्थे ये ना सोचो अवर काम तो भाव कबीर कहते मैं काम कोई नहीं करना भी रब दा माला लैके बह जा, नहीं। कबीर जी ने अपने हथी कपड़ा बुनिया, उन्होंने बेचते सन। माया आंदी, मुनाफा कढ़ के घर पालते ते फिर वो रस्त का धागा लैके फिर बनाते कपड़ा। मेहनत की। अवर काम की है, मैं थां थां ते जाके मत्थे नहीं टेके, मैं कपड़ा बड़िया मसाना जाके नहीं पूजा, केवल ते केवल रमे हुए परमेश्वर के नाल जुड़ना किया। कबीर परदेसी कै कागर, चौं दिस लागिया। खिंथा जल कोयला पई, तागे आचन लाग। इत्थे अलंकार वरतते ने। कबीर परदेसी के कागरे, कुछ विद्वाना ने इन्हां दे अर्थ अपने हिसाब नाल भी कीते ने। भी कोई परदेसी आया सी राजस्थान के इलाके का, उन्हें घगरा बड़ा वड्डा पा के रखिया सी ते घगरे दे विच कलियां वाला बड़ा तगड़ा देखिया होएगा तुसी। राजस्थानी लोगों ने घगरे पा के नचदे हुंदे घुम घुम के, उहदे विच तारां लगियां सन ते लोग सियाल के दिन सन, अग लग गई, वो सारा घगरा सड़ गया। खिंथा जल कोयला पही, उहदे विच खिंथा भाव ਉਹਦੇ ਜਿਹੜੇ वस्त्र सन शरीर को अग लग गई। ਹੁਣ विचार के देखिए तो कबीर जी ने ਇਹੋ ਜਿਹੀ कहानी सुनाने वास्ते तो श्लोक नहीं रचिया साढ़े वास्ते। कबीर जी का भाव की है, कहते परदेसी मन परदेसी जे थिए सब देश पराया। असी की हाँ परदेसी, आ साडा देश नहीं है। असी कित्थों आए हैं, उस परमेश्वर के घर। परदेसी के कहा करे, क्यों दिस लागी आग। घगरा की है, आ साडा शरीर, इहदे अंदर विकारां दी अग लगी पई है। खिंथा जल कोयला भई, बंदा सारी जिंदगी दुनियावी कंमां दे विच, दुनियावी भोगां दे विच भोगदे भोगदे जमदा जवान होंदा, बुढ़ा होंदा ते मर जाता। पर आया काहदे वास्ते सी? महाराज कहते प्राणी तू आया लाहा लैन, लगा कित कुफकड़े। कुफकड़े किहड़े पुठे कामां च लगा है? सब मुकदी चली रैन, थाके नैन श्रवण सुन थाके, थाकी सुंदर काया। अखां ने देख देख के थक जाना एक दिन। आ दुनिया के रंग नहीं जी मुकने, ऐनकां लग जांदियां ने, हौली हौली दिसना बंद हो जाता है। श्रवण सुन थाके, सुनना उच्ची सुन लग पैंदा है, हौली हौली कन्नां नूं मशीनां भी लग जांदियां, कईयां दे बोला हो जाता है। आ शरीर की काया भी थक जाती है। जवानी च किवें दी सी, बुढ़ापे च झोलियां पै जांदियां, गूढ़ियां गूढ़ियां हुंदियां जांदियां। फिर थाकी सुंदर काया। पर दुनियावी पदार्थां च खाण पान पहरान विच ही मस्त है जीव। कहते खिंथा जल कोयला पई, धागे आंच ना लागू। धागा की है? मारे कहते धागा टूटा जगत बिनस गया। केड़ा धागा? आ आत्मा रूपी धागा। हुण आत्मा नूं थोड़ा अग लगती है, बंदा मरदा है तो शरीर सड़ता है ना, आत्मा नहीं सड़ती। ये ना जमदी है ना मरदी है। ये शरीर वड्डा हुंदा, जमदा घटदा, फिर शै हो जाता। आत्मा वो जी है। कबीर कहते ने खिंथा जल कोयला भई, आ शरीर सड़ के कोले बन जाना, स्वाह बन जाना है। आत्मा फिर निर्लेप रह जानी है। कबीर खिंता जल कोयला भई, काबर फूटे मफूट। हुण दूजा प्रमाण दे के समझाते हैं। कहते आ शरीर रूपी खिंता झोली, जिवें जोगियां को झोली हुंदी ना, शरीर तेरी झोली है। मुंदा संतोष संपत झोली, ध्यान की करे प्रपूत। खिंथा काल गुआनी काया जुगत
डंडा प्रतीत आई पंथी सब जमाती मन जीते जगजीत आदेश तिसै आदेश आनंदिल अनाल अनाहर जो जो एक होइस। कहते खिंता जल कोयला पई खापर फूट मफूट। आ खप्पड़ आ शरीर रूपी खप्पड़ टुट जाना है। जिवें जोगियां को खप्पड़ रखा होंदा मंगण वास्ते, आ साडा हिरदा शरीर का आसरा लैके मंगदा रहिंदा चीज़ां। कितना कुछ असीं इकट्ठा किया अंदर संसार में, घर दे विच कितना कुछ समान इकट्ठा किया कि सारा थोड़ा वरतते आपां। जिहदी लोड़ बाकी तो एवें पिंड पाई होंदी। असीं सारे घर में तुसीं देख लो कि बंदा सारी जिंदगी इकट्ठा करी जाता है, तो इनू एक दिन ये भी चेता भुल जाता मेरे घर में की पिया है। जिदे किते कुछ कमरा शिफ्ट करना पवे ना इहो जिहियां चीज़ां निकलदियां जिन्हां दा ध्यान नहीं है कि मेरे को पिया सी। बंदे दे अंदर बड़ा ज्ञान भी पिया है। जो तुसीं सुनते हो ना, भावें चंगा सुनते हो तो भावें माड़ा सुनते, ये अंदर रिकॉर्ड हो ही जाता साडे मन च। कई जन्मां दा ज्ञान ते अज्ञान असीं इकट्ठा कीता है। तो हुंदा की है, ज्ञान हुंदा थोड़ा ते अज्ञान इकट्ठा किया ज़्यादा। 24 घंटे है, 10 घंटे आपां सो लिया, 10 घंटे काम कर लिया, 4 घंटे बचे। 10 घंटे नींद अजकल किसी किसी को वैसे आती है। मन लीए 4 घंटे जो रब नूं कितना क दे देंगे असीं। घंटा 2 घंटे कथा सुन ली, 2 घंटे ज्ञान दिता इनू, अज्ञान तो इनू 20 घंटे देंगे असीं। परदा भारा तो अज्ञान का होना है ना, मन नूं उधर खिच पैनी है, दुनिया की खिच पवेगी। जिन्हां दे संस्कार चंगे ने वो काम कार करते करते भी रब रब वाहिगुरू वाहिगुरू नाम नाम राम राम करते हैं। उन्हां दी सुरत बिरती जिहड़ी है रब वाले पासे टिकी रहती है, कुदरती है, वाहिगुरू की बख्शिश होंदी। कईयां नूं संस्कार पाने नहीं पैंदे, पिछले संस्कार है उन्होंने किसी की लोड़ नहीं, जुड़ जाते हैं। अगे अगे ज्यों ज्यों खेती में जिवें पानी लगता है ना, ज्यों ज्यों सत संगत मिलती जाती है अंदर खेड़ा आता जाता है। कबीर कहते हैं जोगी बपड़ा खेलियो आसन रही विभूत। आत्मा रूपी जोगी है जिहड़ा ये शरीर विच खेडां खेडदा, चंगे काम करदा माड़े काम करदा। चंगियां कामां दी नूं वडियाई मिल जाती, माड़ियां दी सवाह मिलती है, भाव लोग वडियाई करते। रोज़ तुसीं पढ़दे हो करमी आपो अपनी के नेड़ा के दूर। संसार में चंगे काम किए ने संगत जी, वो छुपने नहीं। वाहिगुरू ओदी जो तुहाडा हक बनता है ना, रब किसी का हक नहीं जे मारदा। मान लो कोई प्यासा मिल गया, तुसीं उन्हें जल छका दिता, कोई गरीब मिल गया उन्हें प्रशादा छका दिता, वो कुछ दवे ना दवे असीस ही देगा ना वक्त, पर वह फल परमेश्वर ने देना। तेरी सेवा रब विरती नहीं आ जान दिंदा, एक तिल नहीं भन्ने काटे। तो जीवन में जो चंगा किया है परमेश्वर तेरा चंगा किया होया व्यर्थ नहीं जान देगा। जिन्हों ने आ शरीर रूपी जी खिंता झोली मिली है ना, हुण झोली है वो भावें चंगियां चीज़ां पाई जाओ तो भावें माड़ियां पाई जाओ। हुण एक बर्तन है, उस बर्तन में भावें चंगे पदार्थ पा के बनाओ, खीर बनाओ, कोई वो भावें गंदगी पा दे, कोई वो भावें जहर पा दे। हुण भांडे का कसूर थोड़ा है, पाण वाले का है। एक दिन आ शरीर सड़ के सवाह हो जाना है, 5 तत्त 5 तत्तां च मिल जाने ने, मिट्टी मिट्टी च मिल जानी है, पानी पानी च मिल जाना है। 5 तत्त को तन रचे जानो चतुर सुजान। अग्नि अग्नि च मिल जानी है, हवा हवा च मिल जानी है, आकाश तत्त आकाश च लीन हो जाना है। 5 के 5 तत्त वलीन हो जाने। कबीर थोड़े जल माचली चीवर में लियो जा। संगत जी कबीर जी के जितने श्लोक ने ना बाहरे रूप रूप अलंकार दे के अंदर की गल समझाने का यत्न किया कबीर जी। कहते जिमें थोड़े पानी विच मच्छी होवे ना, तो मच्छी फड़ी जाती छेती,
ਹੁਣ ਇੱਕ ਛੱਪੜੀ ਹੈ ਨਿੱਕੀ ਜੀ, ਉਹਦੇ ਵਿੱਚ ਮੱਛੀਆਂ ਪਾਈਆਂ ਹੋਣ ਤਾਂ ਮਛੇਰਾ ਹੈ, ਧੀਵਰ ਹੈ, ਉਹਨੇ ਜਾਲ ਪਾਉਣਾ ਹੈ, ਜਗ੍ਹਾ ਹੀ ਉਨੀ ਕੁ ਹੈ ਅਤੇ ਮੱਛੀ ਕਿੱਥੇ ਬਾਹਰ ਭੱਜ ਕੇ ਜਾਵੇਗੀ। ਇਹ ਟੋਕਣੇ ਨਾ ਛੁੱਟ ਸੇ ਫਿਰ ਕਰ ਸਮੁੰਦ ਸੰਵਾਰ, ਕਹਿੰਦੇ ਆ ਟੋਏ ਵਿੱਚ ਤੇਰਾ ਜਿਹੜਾ ਖਹਿੜਾ ਨਹੀਂ ਛੁੱਟਣਾ, ਇੱਕ ਨਾ ਇੱਕ ਦਿਨ ਤੂੰ ਜਾਲੀ ਦੇ ਜਾਲ ਵਿੱਚ ਆ ਜਾਣਾ ਹੈ। ਫਿਰ ਕਰ ਸਮੁੰਦ ਸੰਵਾਰ, ਸਮੁੰਦਰ ਦੀ ਭਾਲ ਕਰ, ਸਮੁੰਦਰ ਬੜਾ ਵੱਡਾ ਹੈ, ਉੱਥੇ ਤੈਨੂੰ ਮੱਛੀ ਨੂੰ ਲੱਭਣਾ ਬੜਾ ਔਖਾ ਹੈ। ਗੱਲ ਮੱਛੀ ਦੀ ਨਹੀਂ ਕੀਤੀ, ਗੱਲ ਸਾਡੀ ਕੀਤੀ। ਕਹਿੰਦੇ ਕਬੀਰ ਥੋੜ੍ਹੇ ਜਲ ਮਛਲੀ ਜੀਵਨ ਮੇਲਿਓ ਜਾਲ, ਜਿਨ੍ਹਾਂ ਦਾ ਦਾਇਰਾ ਥੋੜ੍ਹਾ ਹੀ ਹੈ। ਥੋੜ੍ਹਾ ਦਾਇਰਾ ਕੀ ਹੈ, ਬਸ ਇੱਥੇ ਹੀ ਉਹਨਾਂ ਦੀ ਦੁਨੀਆ ਖਤਮ ਹੋ ਜਾਂਦੀ। ਸਵੇਰੇ ਉੱਠੇ, ਖਾ ਪੀ ਲਿਆ, ਕੰਮ ਕਾਰ ਕਰ ਲਿਆ, ਫਿਰ ਖਾ ਪੀ ਲਿਆ, ਸੌਂ ਗਏ, ਫਿਰ ਉੱਠੇ, ਇਹੋ ਰੂਟੀਨ ਹੁੰਦੀ। ਜ਼ਿਆਦਾਤਰ ਲੋਕਾਂ ਦੀ ਰੂਟੀਨ ਇਹੋ ਬਣਾਈ ਹੁੰਦੀ। ਸਵੇਰੇ ਉੱਠੇ, ਖਾ ਪੀ ਲਿਆ, ਕੰਮ ਧੰਦੇ 'ਤੇ ਚੱਲ ਗਏ, ਬੀਬੀਆਂ ਨੇ ਘਰ ਕੋਲ ਸਾਂਭ ਲਿਆ, ਰੋਟੀ ਬਣਾ ਲਈ, ਖਾ ਲਈ, ਫਿਰ ਬਣਾ ਲਈ, ਖਾ ਲਈ, ਧੋ ਲਏ ਭਾਂਡੇ, ਬਸ ਇਹੋ ਜ਼ਿੰਦਗੀ ਥੋੜ੍ਹਾ ਹੈ। ਵਾਹਿਗੁਰੂ ਨੇ ਇਹ ਕੰਮ ਕਰਨ ਵਾਸਤੇ ਥੋੜ੍ਹਾ ਇਕੱਲਾ ਸਾਨੂੰ ਭੇਜਿਆ। ਕਬੀਰ ਥੋੜ੍ਹੇ ਜਲ ਮਛਲੀ ਝੀਵਰ ਮੇਲਿਓ ਜਾਲ, ਕਾਲ ਰੂਪੀ ਝੀਵਰ ਨੇ ਤੇਰੇ 'ਤੇ ਫਾਈ ਪਾ ਦੇਣੀ ਹੈ। ਕਲਯੁਗ ਹੈ ਨਾ ਜਿਹੜਾ, ਇਹਦਾ ਪ੍ਰਭਾਵ ਹੈ ਨਾ। ਮਾਰੇ ਕਹਿੰਦੇ ਕੱਲ ਕੇਵਲ ਨਾਮ ਆਧਾਰ, ਅਬ ਕੱਲੂ ਆਇਓ ਰੇ, ਇੱਕ ਨਾਮ ਬੋ ਅਨਰੁੱਤ ਨਾਹੀ ਨਾਹੀ ਮਰਦ ਭਰਮ ਲੋ ਭੁੱਲੋ। ਹੁਣ ਤੇ ਇਹ ਕਲਯੁਗ ਦਾ ਕੀ ਆ, ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਭਰੀਐ ਕਿਸੇ ਥਾਏ। ਇਹ ਤੇ ਤੂੰ ਗਲਤੀ ਕੀਤੀ, ਤੈਨੂੰ ਭੋਗਣੀ ਪੈਣੀ ਹੈ। ਤੂੰ ਜੋ ਚੰਗਾ ਕੀਤਾ ਤੈਨੂੰ ਮਿਲਣਾ ਹੈ। ਇਹ ਨਾ ਸੋਚੋ ਵੀ ਜਨਾਨੀ ਗੁਰਦੁਆਰੇ ਜਾਵੇਗੀ ਅਤੇ ਫਲ ਬੰਦੇ ਨੂੰ ਮਿਲਣਾ, ਬੰਦੇ ਨੂੰ ਉਹਦਾ ਆਪਣੀ ਜਗ੍ਹਾ ਹੈ। ਮਾਂ ਬਾਪ ਨਾਮ ਜਪਣਗੇ ਅਤੇ ਬੱਚਿਆਂ ਨੂੰ ਫਲ ਮਿਲੇਗਾ, ਨਹੀਂ, ਮਾਂ ਬਾਪ ਨੂੰ ਮਿਲਣਾ ਹੈ। ਕਥਾ ਤੁਸੀਂ ਸੁਣ ਰਹੇ ਹੋ ਨਾ, ਅਤੇ ਗਿਆਨ ਤਾਂ ਤੁਹਾਡੇ ਦਿਮਾਗ 'ਤੇ ਜਾ ਰਿਹਾ ਹੈ। ਹੁਣ ਇਹ ਗਿਆਨ ਤੁਹਾਡੇ ਕੋਲ ਕੋਈ ਖੋਹ ਥੋੜ੍ਹਾ ਸਕਦਾ ਹੈ। ਨਿਤਨੇਮ ਤੁਸੀਂ ਕੀਤਾ, ਉਹ ਬਾਣੀ ਦਾ ਅਸਰ ਤਾਂ ਤੁਹਾਡੇ 'ਤੇ ਹੋਇਆ ਨਾ, ਪਰਿਵਾਰ 'ਤੇ ਥੋੜ੍ਹਾ ਹੋਵੇਗਾ। ਸੇਵਾ ਤੁਸੀਂ ਕੀਤੀ, ਉਹਦਾ ਫਲ ਮਾਲਕ ਨੇ ਤੁਹਾਨੂੰ ਦੇਣਾ ਹੈ। ਕਹਿੰਦੇ ਨੇ ਥੋੜ੍ਹੇ ਜਲ, ਜਿਵੇਂ ਥੋੜ੍ਹੇ ਪਾਣੀ ਵਿੱਚ ਮੱਛੀ ਫੜੀ ਜਾਂਦੀ ਹੈ ਨਾ, ਬੰਦਾ ਇਹ ਦੁਨਿਆਵੀ ਧੰਦਿਆਂ ਵਿੱਚ ਹੀ ਫਸ ਕੇ ਰਹਿ ਜਾਂਦਾ ਹੈ। ਇੱਕ ਦਿਨ ਮੌਤ ਦਾ ਜੋ ਜਾਲ ਪੈ ਜਾਣਾ, ਜਿੰਦ ਵੋਟੀ ਮਰਨ ਵਾਰ ਲੈ ਜਾਸੀ ਪਰਨਾਈ। ਇਹ ਟੋਕਣੇ ਨਾ ਛੁੱਟ ਸੇ ਫਿਰ ਕਰ ਸਮੁੰਦ ਸੰਵਾਲ। ਹੁਣ ਥੋੜ੍ਹੇ ਜਲ ਮਛਲੀ ਕੀ ਹੈ, ਹੁਣ ਬੰਦਾ ਸੀ ਦਾਇਰਾ ਕੀ, ਰੱਬ ਨਾਲ ਨਹੀਂ ਜੁੜਿਆ, ਜੁੜ ਗਿਆ ਦੇਵੀ ਦੇਵਤੇ, ਮੜੀਆਂ ਕਬਰਾਂ। ਇਹ ਕੀ ਹੈ, ਇਹ ਟਿੱਬੇ ਨਾਲ, ਟੋਇਆਂ ਟਿੱਬਿਆਂ ਤਲਾਅ ਨਾਲ ਜੁੜਨਾ ਹੈ। ਸੰਗਤ ਜੀ, ਦੇਵੀ ਦੇਵਤਿਆਂ ਭੁੱਲਦੀਆਂ ਸਿੱਧੀਆਂ ਹੁੰਦੀਆਂ ਭਗਤੀ ਕੀਤੀ ਇਹਨਾਂ ਨੇ। ਜਪਜੀ ਸਾਹਿਬ ਤੁਸੀਂ ਪੜ੍ਹਦੇ ਹੋ, ਸੁਣਿਆ ਸਿੱਧ ਪੀਰ ਸੋਨਾਲ, ਸੁਣਿਆ ਤਖਤ ਵਲਿਆ ਕਾਲ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਲਾਹ। ਇਹਨਾਂ ਨੇ ਭਗਤੀ ਕੀਤੀ, ਰਿੱਧੀਆਂ ਸਿੱਧੀਆਂ ਆ ਗਈਆਂ। ਜਿਹੜੇ ਇਹਨਾਂ ਨੂੰ ਮੰਨਦੇ ਨੇ ਉਹਨਾਂ ਦੇ ਨਿੱਕੇ ਮੋਟੇ ਕੰਮ ਕਰ ਦਿੰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਚਨ ਹੈ, ਤੁਮ ਕਹੀਏ ਤੋ ਆਦ ਭਵਾਨੀ, ਮੁਕਤ ਕੀ ਬਰੀਆ ਕਹਾਂ ਛੁਪਾਨੀ। ਦੇਵੀ ਦੇਵਤੇ ਸਾਨੂੰ ਮੁਕਤੀ ਨਹੀਂ ਦੇ ਸਕਦੇ, ਪਦਾਰਥ ਦੇ ਸਕਦੇ। ਅਤੇ ਮਹਾਰਾਜ ਕਹਿੰਦੇ ਨੇ, ਅਤੇ ਜਿਹੜੀ ਚੀਜ਼ ਤੇਰੇ ਘਰ ਵਿੱਚ ਹੋਵੇ, ਤੁਹਾਡੇ ਘਰ ਵਿੱਚ ਆਟਾ ਪਿਆ ਹੋਵੇ, ਚੌਲ ਪਏ ਹੋਣ, ਸਾਰਾ ਸਮਾਨ ਪਿਆ ਹੋਵੇ, ਅਤੇ ਫਿਰ ਗੁਆਂਢੀਆਂ ਘਰ ਜਾ ਕੇ ਕੋਈ ਕੋਲੀ ਚੌਲ ਪਾ ਦਿਓ। ਮਹਾਰਾਜ ਜੇਕਰ ਹੁੰਦੇ ਮੰਗਣ ਜਾਈਏ, ਫਿਰ ਉਲਾਮਾ ਮਿਲੇ ਤਹੀਂ। ਜੇ ਘਰ ਵਿੱਚ ਚੀਜ਼ ਹੁੰਦਿਆਂ ਹੋਇਆਂ ਬਾਹਰ ਮੰਗਣ ਜਾਈਏ, ਰੋਜ਼ ਤੁਸੀਂ ਪੜ੍ਹਦੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਮਹਾਰਾਜ ਤੇਰੇ ਘਰ ਕਿਹੜੀ ਦਾਤ ਨਹੀਂ ਹੈ, ਸਾਰੀਆਂ ਨੇ ਨਾ। ਅਤੇ ਫਿਰ ਆਪਾਂ ਬਾਹਰ ਉਰੇ ਪਰੇ ਤੁਰੇ ਫਿਰੀਏ। ਇਹ ਕੀ ਹੈ, ਟੋਕਣੇ ਨਾ, ਇਹ ਟੋਕਣੇ ਭਾਵ ਟੋਏ ਟਿੱਬੇ ਨਾ ਛੁੱਟ ਸੈ, ਇਹਨਾਂ ਨੇ ਸਾਨੂੰ ਮੁਕਤ ਨਹੀਂ ਕਰਨਾ। ਮੰਨ ਲਓ ਕਿਸੇ ਨੇ ਕਿਸੇ ਦੇਵਤੇ ਦੀ ਆਰਾਧਨਾ ਕੀਤੀ, ਹੁਣ ਉਹ ਦੇਵਤੇ ਨੇ ਖੁਸ਼ ਹੋ ਕੇ, ਪਹਿਲਾਂ ਤਾਂ ਭਗਤੀ ਕਰਨੀ ਸੌਖੀ ਨਹੀਂ ਪਈ। ਆਪਾਂ ਜਿਹਨੂੰ ਭਗਤੀ ਸਮਝਦੇ ਨੇ, ਇਹ ਤਾਂ ਬੜੀ ਉਰੇ ਦੀ ਖੇਡ ਹੈ। ਬਾਜ਼ਾਰ ਜਾਂਦੇ ਨਾ ਤੁਸੀਂ, ਅਤੇ ਮੰਗਤੇ ਮਿਲਦੇ ਨਾ, ਅੱਜ ਕੱਲ੍ਹ ਤਾਂ ਬੜੇ ਜ਼ਿਆਦਾ ਨੇ।
ਜੇ ਇਹ ਕਿਸੇ ਦੁਕਾਨ 'ਤੇ ਖਲੋ ਜਾਓ ਧੱਕੇ ਨਾਲ ਆ ਕੇ ਚੰਬੜ ਜਾਣਗੇ। ਉਹ ਜਿੰਨੇ ਮਰਜ਼ੀ ਹੱਥ ਜੋੜੀ ਜਾਣ ਉਹ ਬੜੀਆਂ ਸੀਸਾਂ ਦਿੰਦੇ, ਪੂਰਾ ਮੱਖਣ ਮਾਰਦੇ ਨੇ। ਜਿਹਨੂੰ ਤਾਂ ਸਮਝ ਆਉਂਦੀ ਹੈ ਉਹ ਪਤਾ ਵੀ ਮੰਗਤੇ ਨੂੰ ਪੈਸਾ ਦੇਣਾ ਨਹੀਂ ਚਾਹੀਦਾ, ਪ੍ਰਸ਼ਾਦਾ ਖਵਾ ਦਿਓ, ਕੋਈ ਚੀਜ਼ ਖਵਾ ਦਿਓ ਜੇ ਲੋੜ ਹੈ ਤੇ। ਹੁਣ ਉਹ ਇੰਨਾ ਕੁਛ ਕਰਦੇ ਨੇ ਅਤੇ ਆਪਾਂ ਕੀ ਦੇਵਾਂਗੇ? ਵੱਧ ਟੁੱਟਾ ਪੈਸਾ ਲੱਭਾਂਗੇ। ਜੇ ਤਾਂ ਕੋਈ ਰੁਪਈਆ 2 ਰੁਪਏ 5 ਰੁਪਏ ਤੱਕ ਹੈ ਤਾਂ ਦੇ ਦਿਓ, ਨਹੀਂ ਤਾਂ ਚਲੋ ਮਾਫ਼ ਕਰੋ ਜੀ। ਕਿ ਆਪਾਂ ਕੀ ਸੋਚਦੇ ਹਾਂ ਕਿ ਮਿਹਨਤ ਨਹੀਂ ਕਰ ਸਕਦਾ ਚੰਗਾ ਭਲਾ ਹੱਟਾ ਕੱਟਾ ਸਰੀਰ ਇਹਦਾ, ਮਿਹਨਤ ਨਹੀਂ ਕਰ ਸਕਦਾ। ਦੇਵਤੇ ਸਾਡੇ ਤੋਂ 2 ਕਲਾ ਉੱਤੇ ਹੁੰਦੇ ਨੇ, ਉਹ ਕੋਈ ਕਮਲੇ ਥੋੜ੍ਹਾ ਨੇ। ਉਹ ਸਿੱਧੀ ਗੱਲ ਹੈ ਵੀ ਗੁਆਂਢੀਆਂ ਦਾ ਮੁੰਡਾ ਆ ਕੇ ਕਹੇ ਵੀ ਤੁਸੀਂ ਬੜੇ ਚੰਗੇ ਹੋ, ਮੇਰਾ ਪਰਿਵਾਰ ਹੀ ਬੜਾ ਮਾੜਾ ਹੈ, ਥੋੜ੍ਹੀ ਮਾਇਆ ਦੇ ਦਿਓ, 1 ਦਿਨ ਦੇ ਦੋਗੇ, 2 ਦਿਨ ਦੇ ਦੋਗੇ, 1 ਦਿਨ ਸੋਚੋਗੇ ਆਪਣੇ ਟੱਬਰ ਦਾ ਨਹੀਂ ਬਣਦਾ ਤਾਂ ਸਾਡਾ ਕਿੱਥੋਂ ਬਣ ਜਾਏਗਾ? ਦੇਵੀ ਦੇਵਤੇ ਪੀਰ ਫਕੀਰ ਕੋਈ ਕਮਲੇ ਥੋੜ੍ਹਾ ਨਹੀਂ। ਉਹ ਇਹ ਨਾ ਸੋਚਣਗੇ ਵੀ ਇਹ ਆਪਣੇ ਗੁਰੂ ਦਾ ਨਹੀਂ ਬਣਦਾ, ਜਿਸ ਧਰਮ 'ਚ ਇਹਨੇ ਜਨਮ ਲਿਆ ਉਹਦਾ ਨਹੀਂ ਬਣਦਾ ਅਤੇ ਸਾਡਾ ਕਿੱਥੋਂ ਬਣ ਜਾਣਾ ਇਹਨੇ ਸ਼ਰਧਾਲੂ। ਮਾਰੇ ਕਹਿੰਦੇ ਜੇ ਕੋ ਗੁਰ ਤੇ ਵੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੇ। ਆਹ ਟੋਏ ਟਿੱਬੇ ਨੇ, ਮੜੀਆਂ ਕਬਰਾਂ ਥੜਿਆਂ 'ਤੇ ਜਾ ਕੇ ਮੱਥੇ ਟੇਕਣੇ, ਮਿਲਦਾ ਕੁਛ ਨਹੀਂ ਜੇ ਸੰਗਤ ਜੀ। ਜੋ ਕਰਮਾਂ 'ਚ ਮਿਲਦਾ ਉਹਨੂੰ ਉਹੀ ਮਿਲਣਾ। ਜਿਹੜੇ ਨਹੀਂ ਜਾਂਦੇ ਕਿ ਉਹਨਾਂ ਨੂੰ ਕੁਛ ਮਿਲਦਾ ਨਹੀਂ ਪਿਆ ਜੀਵਨ ਵਿੱਚ, ਸਭ ਕੁਛ ਮਿਲਦਾ ਹੈ। ਇਹ ਸਾਡਾ ਇੱਕ ਡਰ ਹੈ, ਅੰਧ ਵਿਸ਼ਵਾਸ, ਭਾਦੋ ਭਰਮ ਜਿਹੜਾ ਨਾ ਇਹੋ ਹੀ ਭਰਮ ਹੈ। ਪਤਾ ਨਹੀਂ ਅੱਜ ਮੈਂ ਮੱਥਾ ਨਾ ਟੇਕਿਆ ਤੇ ਪਤਾ ਨਹੀਂ ਕਿਹੜਾ ਘਾਟਾ ਪੈ ਜਾਣਾ, ਪਤਾ ਨਹੀਂ ਕਿਹੜਾ ਘਾਟਾ ਪੈ ਜਾਣਾ। ਸਾਡਾ ਡਰ ਸਾਨੂੰ ਮਨਾਉਂਦਾ ਹੈ। ਗੁਰੂ ਕਹਿੰਦੇ ਇੱਥੇ ਡਰ ਕੇ ਨਹੀਂ ਆਉਣਾ, ਤੂੰ ਇੱਥੇ ਪਿਆਰ ਨਾਲ ਆ। ਗੁਰੂ ਡਰਾਉਂਦਾ ਨਹੀਂ ਜੀ। ਮਹੀਨਾ ਗੁਰਦੁਆਰੇ ਨਾ ਆਓ ਤੇ ਮਹਾਰਾਜ ਨੇ ਥੋੜ੍ਹਾ ਕੁਛ ਕਹਿ ਦੇਣਾ ਵੀ ਤੂੰ ਆਇਆ ਨਹੀਂ ਗੁਰਦੁਆਰੇ, ਵੀ ਤੈਨੂੰ ਤੇਰੀ ਰੋਟੀ ਪਾਣੀ ਬੰਦ। ਮਹਾਰਾਜ ਨੇ ਕੁਛ ਕਹਿੰਦੇ। ਕਬੀਰ ਕਹਿੰਦੇ ਨੇ ਕਬੀਰ ਸਮੁੰਦ ਨਾ ਛੋਡੀਏ, ਕਹਿੰਦੇ ਗੁਰੂ ਰੂਪੀ ਗੁਰ ਸਮੁੰਦ ਨਦੀਆਂ ਸਭ ਸਿੱਖੀ। ਕਹਿੰਦੇ ਸਮੁੰਦਰ ਕਦੀ ਨਾ ਛੱਡੋ, ਰੱਬ ਦਾ ਪੱਲਾ ਨਹੀਂ ਛੱਡਣਾ। ਜੋ ਅਤ ਖਾਰੋ ਹੋਇਆ, ਖਾਰੋ ਕੀ ਮਤਲਬ ਜੇ ਜੀਵਨ ਵਿੱਚ ਦੁੱਖ ਵੀ ਆਉਂਦੇ ਨੇ ਨਾ, ਇਹ ਨਹੀਂ ਰੱਬ ਬਦਲ ਦਈਏ, ਅਸੀਂ ਧਰਮ ਬਦਲ ਦਈਏ ਆਪਣਾ ਵੀ ਨਹੀਂ ਮਹਾਰਾਜ ਮੈਂ ਤਾਂ ਰੱਬ ਹੀ ਬਦਲ ਦੇਣਾ, ਮੈਨੂੰ ਤਾਂ ਬੜੇ ਦੁੱਖ ਆ ਰਹੇ ਜੀਵਨ ਵਿੱਚ। ਅਤੇ ਗੁਰਬਾਣੀ ਦੀ ਪੰਕਤੀ ਪੱਕੀ ਪੱਲੇ ਬੰਨ੍ਹ ਲਓ। ਮਹਾਰਾਜ ਕਹਿੰਦੇ ਨੇ ਦੱਦਾ ਦੋਸ਼ ਨ ਦੇਊ ਕਿਸੈ, ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨ ਦੀਜੈ ਅਵਰ ਜਗ੍ਹਾ। ਸਾਡੇ ਕਰਮਾਂ ਦਾ ਦੋਸ਼ ਹੈ, ਜੋ ਅਸੀਂ ਕੀਤਾ ਉਹ ਹੀ ਮਿਲ ਰਿਹਾ। ਸੰਸਾਰ ਵਿੱਚ ਤੁਸੀਂ ਲੋਕਾਂ ਨਾਲ ਪਿਆਰ ਨਾਲ ਮਿਲੋਗੇ ਅਤੇ ਲੋਕ ਤੁਹਾਨੂੰ ਕਿਵੇਂ ਮਿਲਣਗੇ? ਪਿਆਰ ਨਾਲ ਮਿਲਣਗੇ ਨਾ। ਅਤੇ ਜਿਹੜਾ ਕੋਈ ਤੁਹਾਨੂੰ ਮਿਲੇ ਅਤੇ ਉਹਨੂੰ ਮੱਥੇ 'ਤੇ ਤੂੜੀ ਪਾ ਕੇ ਘੂਰ ਕੇ ਮਿਲੋਗੇ ਅਤੇ ਅੱਗੋਂ ਤੁਹਾਨੂੰ ਕਿਵੇਂ ਕੋਈ ਮਿਲੇਗਾ? ਇਹ ਤਾਂ ਜਿਹਾ ਬੀਜੇ ਸੋ ਲਾਉਣੇ ਹੈ। ਜੇ ਪਿਆਰ ਵੰਡੋਗੇ ਪਿਆਰ ਮਿਲੇਗਾ, ਈਰਖਾ ਨਫ਼ਰਤ ਵੰਡਾਂਗੇ ਅਤੇ ਨਫ਼ਰਤ ਮਿਲਦੀ ਹੈ। ਕਬੀਰ ਕਹਿੰਦੇ ਨੇ ਕਬੀਰ ਸਮੁੰਦ ਨਾ ਛੋਡੀਏ, ਰੱਬ ਦਾ ਪੱਲਾ ਨਾ ਛੱਡ। ਜੋ ਅਤ ਖਾਰੋ, ਖਾਰੋ ਤੋਂ ਭਾਵ ਕੀ ਹੈ? ਉਹ ਜੀਵਨ ਵਿੱਚ ਦੁੱਖ ਵੀ ਆਉਣ, ਮੁਸੀਬਤਾਂ ਵੀ ਆਉਣੀਆਂ ਨੇ, ਪਰ ਰੱਬ ਦਾ ਪੱਲਾ ਨਹੀਂ ਛੱਡਣਾ। ਚਾਈਨਾ ਵਿੱਚ ਜਦੋਂ ਕਾਮਰੇਟਾਂ ਦਾ ਰਾਜ ਹੋਇਆ ਨਾ, ਇੱਕ ਵਾਰ ਸਰਕਾਰ ਕਾਮਰੇਟਾਂ ਦੀ ਬਣੀ ਸੀ ਅਤੇ ਜਿਹੜੇ ਰੱਬ ਨੂੰ ਮੰਨਣ ਵਾਲੇ ਲੋਕ ਸਨ ਉਹਨਾਂ ਨੂੰ ਫੜ ਫੜ ਕੇ ਤਸੀਹੇ ਦਿੱਤੇ। ਉਹਨਾਂ ਲੋਕਾਂ ਨੇ ਬੜਾ ਟਾਰਚਰ ਕੀਤਾ। ਕਸੂਰ ਕੀ ਸੀ ਉਹਨਾਂ ਦਾ? ਵੀ ਰੱਬ ਨੂੰ ਨਹੀਂ ਮੰਨਣਾ। ਉਹ ਕਹਿੰਦੇ ਰੱਬ ਦਿਖਾਓ ਆਪਣਾ। ਸੰਗਤ ਜੀ ਰੱਬ ਦਿਖਾਉਣ ਦਾ ਵਿਸ਼ਾ ਨਹੀਂ ਜੀ। ਕੋਈ ਤੁਹਾਨੂੰ ਵੀ ਕਹੇ ਵੀ ਰੱਬ ਦਿਖਾਓ, ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ, ਕਿੱਥੇ ਤੁਹਾਡਾ ਵਾਹਿਗੁਰੂ? ਵਾਹਿਗੁਰੂ ਦਿਸਦਾ ਨਹੀਂ, ਉਹ ਮਹਿਸੂਸ ਹੁੰਦਾ ਹੈ। ਮਾਰੇ ਕਹਿੰਦੇ ਨੇ ਖਾਲਕ ਖਲਕ ਖਲਕ ਮੈਂ ਖਾਲਕ, ਬਲਹਾਰੀ ਕੁਦਰਤ ਵਸਿਆ। ਉਹ ਆਪਣੀ ਕੁਦਰਤ ਵਿੱਚ ਵਸਿਆ। ਫੁੱਲ ਵਿੱਚ ਖੁਸ਼ਬੂ ਬਣ ਕੇ ਬੈਠਾ ਹੈ, ਫਲ ਵਿੱਚ ਰਸ ਬਣ ਕੇ ਬੈਠਾ ਹੈ। ਤੂੰ ਹੀ ਰਸ, ਤੂੰ ਹੀ ਰੂਪ। ਗੁਰੂ ਗ੍ਰੰਥ ਸਾਹਿਬ ਪੜ੍ਹੋ। ਮਾਰੇ ਕਹਿੰਦੇ ਰਸ ਵੀ ਤੂੰ ਹੈ। ਪ੍ਰਸ਼ਾਦਾ ਛਕਦੇ ਇਹਦੇ ਵਿੱਚ ਰਸ ਵੀ ਰੱਬ ਦੀ ਬਖਸ਼ਿਸ਼ ਹੈ। ਜੇ ਪ੍ਰਸ਼ਾਦ ਸ਼ਰਧੀ ਅੰਮ੍ਰਿਤ ਖਾਏ, ਜਿਹਦੀ ਕਿਰਪਾ ਨਾਲ ਮਿਲਿਆ ਰਸ ਤੇ ਉਹਨੇ ਦਿਵਾਣਾ।
मैं पढ़ रहा सी, सोच रहा सी, मैं क्या साढ़े कर्म किन्ने चंगे वाहिगुरू। उन्होंने लोगों ने उस समय परमेश्वर का नाम जपण वाले जेल विच बंद कर दिता जाता सी, चमड़ी ला देंदे सन कामरेड लोग। कहते रब दिखाओ जिहड़े रब नूं तुसीं मन रहे हो। रब दिखाउण दा नहीं, वो तो अनुभव का विषय है। वेदांत दे विच एक लास्ट ते ग्रंथ पढ़ाया जाता, उसका नाम है खंडन खाद। खाद खंडन भी कई कही जाते हैं। ਉਹਦੇ ਵਿੱਚ ਕੀ ਹੈ, ਅੱਧੇ ਪੱਤਰਿਆਂ ਵਿੱਚ ਇਹ ਲਿਖਿਆ ਵੀ ਰੱਬ ਹੈ। ਉਹਨਾਂ ਨੇ ਬੜੀਆਂ ਉਦਾਹਰਨਾਂ, ਹਜ਼ਾਰਾਂ ਉਦਾਹਰਨਾਂ ਦੇ ਕੇ ਦੱਸਿਆ ਰੱਬ ਹੈ। ਅਤੇ ਬਾਕੀ ਅੱਧੇ ਗ੍ਰੰਥ ਵਿੱਚ ਇਹ ਲਿਖਿਆ ਵੀ ਰੱਬ ਨਹੀਂ ਹੈ। ਹੁਣ ਉਹਦੀਆਂ ਵੀ ਉਦਾਹਰਨਾਂ ਦਿੱਤੀਆਂ ਨੇ। ਉਹ ਕਿਉਂ ਦਿੱਤੀਆਂ? ਜਦੋਂ ਕਿਸੇ ਵਿਦਵਾਨ ਨੂੰ ਪੜ੍ਹਾਇਆ ਜਾਂਦਾ ਨਾ, ਕੱਲ੍ਹ ਨੂੰ ਤੈਨੂੰ ਨਾਸਤਕ ਲੋਕ ਵੀ ਲੱਭਣੇ ਨੇ ਅਤੇ ਆਸਤਕ ਵੀ ਲੱਭਣੇ ਨੇ। ਅਤੇ ਨਾਸਤਕਾਂ ਕੋਲ ਸਾਰਿਆਂ ਕੋਲ ਬੜੇ ਉਦਾਹਰਨ ਹੁੰਦੇ ਨੇ। ਬੰਦਾ ਜਿਹੋ ਜਿਹਾ ਹੁੰਦਾ ਹੈ ਨਾ, ਉਹੋ ਜਿਹਾ ਹੀ ਆਪਣਾ ਬਹਾਨਾ ਭਾਲ ਕੇ ਬੈਠਾ ਹੁੰਦਾ ਹੈ। ਹੁਣ ਸਾਡੇ ਕੋਲ ਬਹਾਨਾ ਹੁੰਦਾ ਨਾ, ਜਦੋਂ ਸਾਡਾ ਕੋਈ ਕਰਮ ਕਾਂਡ, ਸਾਡੀ ਕੋਈ ਗਲਤੀ ਸਾਹਮਣੇ ਆ ਜਾਵੇ, ਫਿਰ ਆਪਾਂ ਦੂਜੇ ਪਾਸੇ ਨਹੀਂ, ਇਹ ਰੱਬ ਦੇ ਹੁਕਮ ਵਿੱਚ ਹੈ, ਮੇਰੇ ਵਾਸਤੇ ਗੱਲ ਹੀ ਨਹੀਂ ਹੈ, ਮਹਾਰਾਜ ਤੂੰ ਹੀ ਕਰਾ ਰਹੇ। ਜਦੋਂ ਦੇਖਦੇ ਬਲੇਮ ਸਾਡੇ 'ਤੇ ਆਉਣਾ ਤਾਂ ਰੱਬ 'ਤੇ ਸੁੱਟ ਦਿਓ। ਚੰਗੇ ਕਰਮਾਂ ਨੂੰ ਨਹੀਂ ਕਰੀ ਕਿਹਾ ਮਹਾਰਾਜ ਇਹ ਵੀ ਤਾਂ ਤੂੰ ਹੀ ਕਰਾਏ ਨੇ, ਮੇਰੇ ਵੱਸ ਦੀ ਗੱਲ ਹੀ ਨਹੀਂ ਸੀ। ਕਬੀਰ ਕਹਿੰਦੇ ਨੇ ਪੋਖਰ ਪੋਖਰ ਢੂੰਡਤੇ ਭਲੋ ਨਾ ਕਹੇ ਕੋਏ। ਪੋਖਰ ਪੋਖਰ ਕਿਹੜੇ ਨੇ? ਆਹ ਥਾਂ ਥਾਂ 'ਤੇ ਮੱਥੇ ਟੇਕਣੇ ਤੋਂ ਬਾਅਦ ਥਾਂ ਥਾਂ 'ਤੇ ਰੱਬ ਲੱਭਦਾ ਫਿਰਦਾ ਹੈ। ਸਤਿਗੁਰ ਦੇ ਕਹਿੰਦੇ ਸਹੁ ਨੇੜੇ ਧਨ ਕਮਰੀਏ, ਬਾਹਰ ਕਿਆ ਢੂੰਡੇ, ਰੱਬ ਤੇਰੇ ਅੰਦਰ ਬੈਠਾ ਹੈ। ਇੱਥੇ ਤੇ ਤੈਨੂੰ ਉਹਦਾ ਪਤਾ ਲੱਭਣਾ ਹੈ, ਉਹਨੂੰ ਅੰਦਰ ਬੈਠੇ ਨੂੰ ਤੂੰ ਕਿਵੇਂ ਦੇਖਣਾ ਹੈ। ਪੋਖਰ ਪੋਖਰ ਢੂੰਡਤੇ ਭਲੋ ਨਾ ਕਹੇ ਕੋਏ। ਜਿਹੜਾ ਭਟਕ ਰਿਹਾ ਹੁੰਦਾ ਨਾ, ਉਹਨੂੰ ਕੋਈ ਚੰਗਾ ਕਹਿੰਦਾ? ਥਾਂ ਥਾਂ 'ਤੇ ਜਿਹੜਾ ਭਟਕਦਾ ਹੋਵੇ ਅਤੇ ਘਰ ਵਿੱਚ ਉਹਦੇ ਚੀਜ਼ ਹੋਵੇ ਅਤੇ ਲੋਕਾਂ ਦੇ ਘਰ ਮੰਗਣ ਜਾਵੇ ਅਤੇ ਲੋਕ ਕੀ ਕਹਿਣਗੇ? ਮਰ ਕਹਿੰਦੇ ਜੇਕਰ ਹੁੰਦੇ ਮੰਗਣ ਜਾਈਏ ਤੋ ਅਲਾਮੈ ਮਿਲੇ ਸੇ। ਅਤੇ ਸਾਨੂੰ ਤਾਂ ਮਾਣ ਹੋਣਾ ਚਾਹੀਦਾ ਹੈ। ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ, ਸਾਡਾ ਗੁਰੂ ਪੂਰਾ ਹੈ। ਸੰਗਤ ਜੀ, ਇਸ ਗੁਰੂ ਨਾਲ ਪਿਆਰ ਕਰਨ ਵਾਲਿਆਂ ਨੇ ਪੁੱਠੀਆਂ ਖੱਲਾਂ ਲਵਾਤੀਆਂ, ਖੋਪੜੀਆਂ ਲਵਾਤੀਆਂ, ਬੰਦ ਬੰਦ ਕਟਾ ਦਿੱਤੇ, ਚਰਖੜੀਆਂ 'ਤੇ ਚੜ੍ਹ ਗਏ, ਪਰ ਧਰਮ ਨਹੀਂ ਛੱਡਿਆ, ਗੁਰੂ ਨਹੀਂ ਛੱਡਿਆ। ਇਹ ਸਾਨੂੰ ਪੂਰਨੇ ਪਾ ਕੇ ਗਏ। ਕਬੀਰ ਕਹਿੰਦੇ ਨੇ ਕਬੀਰ ਸਮੁੰਦ ਨਾ ਛੋਡੀਏ ਜੋ ਅਤ ਖਾਰੋ ਹੋਏ। ਕਹਿੰਦੇ ਰੱਬ ਦਾ ਰਸਤਾ ਨਾ ਛੱਡੀ। ਜੀਵਨ ਵਿੱਚ ਖਾਰਾ, ਜਿਵੇਂ ਸਮੁੰਦਰ ਵਿੱਚ ਲੂਣ ਹੈ, ਪਾਣੀ ਪੀਤਾ ਨਹੀਂ ਜਾ ਸਕਦਾ, ਸਮੁੰਦਰ ਲਾਗੇ ਰਹਿ ਕੇ ਪਿਆਸਾ ਮਰ ਜਾਂਦਾ ਬੰਦਾ। ਕਹਿੰਦੇ ਰੱਬ ਜਿਹੜਾ ਪਰਮੇਸ਼ਰ ਹੈ, ਹੁਣ ਤੇਰੇ ਕਰਮਾਂ ਦਾ ਭੋਗ ਤੇ ਉਹਨੇ ਭੁਗਾਉਣਾ ਹੈ ਨਾ। ਜੋ ਅਸੀਂ ਕੀਤਾ ਹੈ ਮਾਰੇ ਕਦੇ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜੋ ਕੀਤਾ ਹੈ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ? ਬਿਨ ਕਰਮਾ ਕਿਛ ਪਾਈਐ ਨਾਹੀ। ਬਿਨਾਂ ਕਰਮਾਂ ਤੋਂ ਕੁਛ ਨਹੀਂ ਜੇ ਮਿਲਦਾ। ਆ ਜਿਹੜਾ ਤੁਹਾਨੂੰ ਘਰ ਮਿਲਿਆ ਨਾ, ਪਰਿਵਾਰ ਮਿਲਿਆ, ਬੱਚੇ ਮਿਲੇ ਨੇ, ਜ਼ਮੀਨ ਜਾਇਦਾਦ ਮਿਲੀ ਹੈ, ਇਹ ਚੰਗੇ ਕਰਮ ਕੀਤੇ ਸੀ ਤੇ ਮਿਲੇ ਨੇ। ਅਤੇ ਸੰਸਾਰ ਵਿੱਚ ਬਹੁਤ ਗਿਣਤੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਸਿਰ 'ਤੇ ਛੱਤ ਵੀ ਨਹੀਂ ਜੇ ਮਿਲਦੀ। ਚਲੇ ਜਾਓ ਤੁਸੀਂ ਅਸਾਮ ਵਾਲੇ ਪਾਸੇ, ਬਿਹਾਰ ਵਾਲੇ ਪਾਸੇ, ਯੂਪੀ ਵਾਲੇ ਪਾਸੇ, ਇਹੋ ਜਿਹੇ ਲੋਕ ਨੇ, ਛੱਪੜੇ ਟੁੱਟੇ ਪਏ ਨੇ। ਪਤਾ ਨਹੀਂ ਸਾਲ 'ਚ ਕਦੋਂ ਹੜ੍ਹ ਆ ਜਾਣਾ, ਕਦੋਂ ਮੀਂਹ ਪੈ ਜਾਣਾ, ਕਦੋਂ ਗਰਮੀ ਭੁੱਖ, ਕਦੋਂ ਸੁੱਕਾ ਪੈ ਜਾਣਾ ਹੈ। ਅਤੇ ਸੰਗਤ ਜੀ, ਸਾਨੂੰ ਤਾਂ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ। ਸਾਡਾ ਮਨ ਪਤਾ ਕਦੋਂ ਅਵੇਸਲਾ ਹੁੰਦਾ ਹੈ? ਜਦੋਂ ਆਪਣੇ ਤੋਂ ਵੱਡਿਆਂ ਵੱਲ ਝਾਤਾਂ ਮਾਰਦੇ ਹਾਂ ਵੀ ਉਹਨੇ ਪਿੱਛੇ ਚੰਗਾ ਕਰਮ ਕੀਤਾ, ਰੱਬ ਨੇ ਹੁਣ ਧਨ ਵੀ ਦਿੱਤਾ, ਵਡਿਆਈ ਵੀ ਦਿੱਤੀ, ਸਭ ਕੁਝ ਦਿੱਤਾ ਅਤੇ ਤੂੰ ਵੀ ਕਰਨਾ। ਮਹਾਰਾਜ ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੇ, ਨਾਮ ਜਪਤੋ ਚੌਂਕੁੰਟ ਮਾਨੇ। ਜਿਹਨੂੰ ਕੋਈ ਨਹੀਂ ਜਾਣਦਾ, ਨਾਮ ਜਪਿਆ, ਸਾਰੀਆਂ ਦਾਤਾਂ ਮਿਲ ਜਾਂਦੀਆਂ। ਪ੍ਰਭ ਕੇ ਸਿਮਨ ਰਿਧ ਸਿਧ ਨੌਨ, ਪ੍ਰਭ ਕੇ ਸਿਮਨ ਗਿਆਨ ਧਿਆਨ ਤਤ ਬੁੱਧ। ਵਾਹਿਗੁਰੂ ਦੇ ਨਾਮ ਵਿੱਚ ਗਿਆਨ ਵੀ, ਤੇਰੀ ਬੁੱਧੀ ਵੀ ਚੰਗੀ ਕਰ ਦੇਗਾ ਉਹ। ਇਸ ਕਰਕੇ ਕਬੀਰ ਸਮੁੰਦ ਨਾ ਛੋਡੀਐ ਜੋ ਅਤ ਖਾਰੋ ਹੋਏ। ਪੋਖਰ ਪੋਖਰ ਢੂੰਡਤੇ ਭਲੋ ਨਾ ਕਹੈ ਕੋਏ। ਪੋਖਰ ਪੋਖਰ ਐਵੇਂ ਛੱਪੜਾਂ 'ਤੇ ਜਾ ਕੇ ਤੈਨੂੰ ਕਿਸੇ ਨੇ ਚੰਗਾ ਨਹੀਂ ਕਹਿਣਾ। ਕਹਿਣਾ ਹੈ ਭਾਈ ਤੂੰ ਸਿੱਖ ਹੋ ਕੇ ਬਾਹਰ ਫਿਰਦਾ ਹੈ। ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ? ਹਰ ਬਿਨ ਔਰ ਨਾ ਪੂਜੋ
मड़े मसान ना जाई। महाराज कहते मैं तो रब तो सिवाय किसी को पूजदा ही नहीं, मैं किसी कबर मड़ी को नहीं पूजदा। तो बाणी सानू की कहती है, एक नाल जुड़ तां तेरा खैड़ा छुड़ना इस जन्म मरण तो। संसार में भटके हुए नूं कोई चंगा नहीं जे कहता। आ साढ़े सामने लोग भटकते हो ना, आप गल्लां करते नहीं, वो फलाना जी वो फलाने पीर बाबे को जाता, वो इत्थे जाता है, सिख होके जाता है। तो जो आप जाने वो सानू दिसदा ही नहीं। साडा तरीका थोड़ा गलत होर होता है, वो तो डायरैक्ट ही जा रहे हैं। असीं किवें जा रहे हैं? असीं घर विच ही मत्थे टेकी जा रहे हैं। तेरे को मत्था टेकन वास्ते गुरु का शब्द है ना, पोथी परमेश्वर का धान, तू ये लभ बाणी। गुरु गुरु है बाणी, परमेश्वर की बाणी में तेन रब लभेगा। तेरे अंदरों लभना है संगत जी, रब बाहरों नहीं जे कदों प्रगट होंदा, अंदरों प्रगट होना है। तो तेनों लभना अनुभव तेनों सब तो पहला होना है। जिहड़ी चीज़ मिलती है ना उन्होंने पता लगता है। असी बाहर दियाँ कथा कहानी तो शायद रब बाबा नानक आके खलो जाएगा साढ़े के, हाँ पुत्र मंग की चाहिए, एवं नहीं जाता होता। वो तेरे अंदर वरतेगा, तेरे को चंगे कर्म करावेगा। जो तू चंगी संगत करेगा, तेरी बुद्धि में दुनियावी ख्याल जिमें दे पावेगा, बुद्धि उहो जिहा काम करती है, उहो जिहा सोचण लग पैंदी है। इनू बाणी में चला, गुर शब्द चला, कथा कीर्तन में चला, दुनियावी काम कर, हाथों के नाल पैरों के नाल रसना के नाल परमेश्वर को याद कर। कबीर कहते ने पोकर पोकर ढूंढते भलों न कहे कोई। वो छपड़ियां ते फिरन वाले को कोई चंगा नहीं कहता। समुंदर की है? गुर समुंद नदियाँ सब सिखी, गुरु समुंद है। गुरु समुंदर नाल जुड़ आ, उरे परे दियाँ पूजा दे विच कुछ नहीं जे मिलता, ये भटकना है। आखिरकार मुड़ के इत्थे ही आना पैना। हुण आ जाइए फिर जन्म लवांगे, फिर आना पवेगा, पर पता अगली बारी इहो जिहा परिवार मिलना है, इहो जिहा माहौल मिलना है, की पता किहो जिहा होना है। एक जे थोड़ा भी मर के नाल ही सीधा मनुख बन के फिर इहो पिंड जा जाएंगे, तो पता नहीं कित्थे रब ने सुटना जाके। सतगुरु सानू सोझी देंदे भाई, बाहर की भटकना में किसी को कुछ नहीं मिलया। जिन्हों मिलया है अंदरों मिलया है। पूजो राम एक ही देवा, साजा नामन गुरु की सेवा। परमेश्वर के नाम का इशनान कर, गुरु नाल जोड़, सतगुरु कृपा कर, रहमत कर। सानू बाणी की विचार हृदय वस जाए, सब की हाजरी प्रवान हो जाए। लोक सुखीए परलो सुहेले, नानक हर प्रभ आपे मेरे। वाहिगुरू जी का खालसा, वाहिगुरू जी की फतेह। ओंकार सतनाम करता पुरख निर्भयो निर्वैर अकाल मूरत अजूनी सैभं गुर प्रसाद। एक ओंकार सतनाम करता निर्भयो